ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਾਨ ਤੋ ਧਿਰ ਝੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਨ ਤੋ ਜਸ ਗਾਵੇ, ਜੀਉ ਪਿਆ ਤੋ ਸ਼ਰਨੀ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਪਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਤੇਰਾ ਜਾਣੈ ਰਾਮ ਨਾਮ ਰੰਗ ਜਾਗਾ। ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਨशाह ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਉੱਥੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਅਨਾਇਤ ਕੀਤੀ ਹੈ ਕਿ ਰੋਜ਼ ਦੀ ਬਣੀ ਹੋਈ ਮਰਿਆਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੋਂ ਸਮੁੱਚੀ ਮਾਨਵਤਾ ਵਾਸਤੇ ਜੋ ਹੁਕਮ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਆਪ ਹੀ ਸਿਰ ਤੇ ਹੱਥ ਰੱਖ ਕੇ ਅੰਦਰ ਦਾ ਟਿਕਾਓ ਬਖਸ਼ਿਸ਼ ਕਰਕੇ ਵਿਚਾਰ ਕਰਵਾ ਲੈਣ। ਇੱਕ ਵਾਰੀ ਸਾਰੀ ਸੰਗਤ ਰਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਅੱਜ ਦਾ ਇਹ ਜੋ ਮੁਬਾਰਕ ਹੁਕਮ ਹੈ, ਤਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 682 ਤੇ ਇਹ ਸਬਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਇਹ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਭਾਈ, ਜਿਸ ਨੂੰ ਵੀ ਉਹ ਪ੍ਰਾਣਾਂ ਦਾ ਪਤੀ ਪ੍ਰਾਣਪਤ, ਉਹ ਪਰਿਪੂਰਨ ਪਰਮਾਤਮਾ ਭੁੱਲ ਗਿਆ, ਸਮਝ ਲੈਣਾ ਇਸ ਜਗਤ ਵਿੱਚ ਉਸ ਤੋਂ ਮਾੜੇ ਭਾਗਾਂ ਵਾਲਾ ਕੋਈ ਹੈ ਹੀ ਨਹੀਂ ਹੈ। ਸਭ ਤੋਂ ਮਾੜੇ ਭਾਗ ਉਸ ਮਨੁੱਖ ਦੇ ਨੇ ਜਿਹਨੂੰ ਉਹ ਮਾਲਕ ਵਿਸਰ ਗਿਆ ਜਿਨੇ ਇਹ ਜੀਵਨ ਦਿੱਤਾ। ਕਿਉਂਕਿ ਪ੍ਰਾਣ ਦੇਣ ਵਾਲਾ ਉਹ ਮਾਲਕ ਆਪ ਹੈ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਨੇ ਇਹ ਸਰੀਰ ਇਸ ਨੂੰ ਹੀ ਕੇਵਲ ਨਹੀਂ ਸਾਜਿਆ, ਇਹਦੇ ਵਿੱਚ ਜਿੰਦ ਵੀ ਪਾਈ ਹੈ। ਔਰ ਜਿਹੜਾ ਸਵਾਸ ਦੇ ਰਿਹਾ ਸਾਨੂੰ, ਸੱਚ ਜਾਣਿਓ ਅਸੀਂ ਸਵਾਸ ਆਪ ਨਹੀਂ ਜੇ ਲੈਂਦੇ, ਉਹ ਪ੍ਰਾਣਾਂ ਦਾ ਪਤੀ ਜਿਹੜੇ ਨਾ ਉਹ ਸਵਾਸ ਦੇ ਰਿਹਾ ਹੈ। ਔਰ ਇੱਕ ਇੱਕ ਸਵਾਸ ਜਿਹੜੇ ਨਾ ਉਹਦੀ ਗਿਣਤੀ ਹੈ। ਦੇਣ ਵਾਲਾ ਉਹ ਮਾਲਕ ਹੈ। ਜਿਹੜਾ ਕੰਮ ਅਸੀਂ ਆਪ ਕਰਾਂਗੇ, ਅਸੀਂ ਓਨੀ ਦੇਰ ਹੀ ਕਰਾਂਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ ਆ। ਤੁਸੀਂ ਕੋਈ ਪੁਸਤਕ ਪੜ੍ਹਦੇ ਹੋ, ਕਿੰਨੀ ਦੇਰ ਪੜ੍ਹੋਗੇ? ਜਿੰਨੀ ਦੇਰ ਜਾਗਦੇ ਹੋ। ਜਦੋਂ ਨੀਂਦ ਆ ਗਈ ਤੇ ਪੁਸਤਕ ਹੱਥ ਚੋਂ ਗਿਰ ਜਾਏਗੀ, ਨਹੀਂ ਪੜ੍ਹੀ ਜਾ ਸਕਦੀ। ਕਲਮ ਲੈ ਕੇ ਤੁਸੀਂ ਕੁਝ ਲਿਖ ਰਹੇ ਹੋ, ਓਨੀ ਦੇਰ ਲਿਖੋਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ।
ਜਦੋਂ ਕਿਤੇ ਨੀਂਦ ਦਾ ਝੋਕਾ ਆਇਆ ਤੇ ਕਲਮ ਹੱਥ ਚੋਂ ਗਿਰ ਜਾਏਗੀ, ਨਹੀਂ ਲਿਖਿਆ ਜਾਂਦਾ। ਹੈਰਾਨਗੀ ਉਦੋਂ ਹੁੰਦੀ ਹੈ ਕਿ ਜਿੰਨੀ ਮਰਜ਼ੀ ਗਹਿਰੀ ਨੀਂਦ ਮਨੁੱਖ ਸੁੱਤਾ ਹੈ, ਸਵਾਸ ਫਿਰ ਵੀ ਚੱਲੀ ਜਾ ਰਹੇ ਨੇ। ਸਮਝ ਆ ਗਈ ਕਿ ਸਵਾਸ ਇਹ ਆਪ ਲੈਂਦਾ ਹੀ ਨਹੀਂ, ਉਹ ਮਾਲਕ ਇਹਨੂੰ ਦੇ ਰਿਹਾ ਹੈ। ਉਹ ਪਰਮਾਤਮਾ ਸਵਾਸ ਦਿੰਦਾ ਹੈ, ਪ੍ਰਾਣਾਂ ਦਾ ਪਤੀ ਉਹ ਹੈ। ਤੇ ਜਿਸ ਪਰਮਾਤਮਾ ਨੇ ਇੱਕ ਇੱਕ ਸਵਾਸ ਸਾਨੂੰ ਦੇ ਰਿਹਾ ਹੈ, ਜਿਸ ਨੇ ਉਸ ਮਾਲਕ ਨੂੰ ਭੁਲਾ ਦਿੱਤਾ, ਉਹਦੇ ਤੋਂ ਮਾੜੇ ਭਾਗਾਂ ਵਾਲਾ ਇਸ ਰੂਹੇ ਜ਼ਮੀਨ ਤੇ ਕੋਈ ਵੀ ਨਹੀਂ। ਪਰ ਹਕੀਕਤ ਇਹ ਹੈ ਜੀ ਕਿ ਬੰਦੇ ਨੂੰ ਬਾਕੀ ਸਭ ਕੁਝ ਚੇਤੇ ਜੇ ਬੰਦੇ ਨੇ ਭੁਲਾਇਆ ਹੀ ਉਸ ਨੂੰ ਹੈ। ਬਾਕੀ ਤੇ ਬੜਾ ਕੁਝ ਇਹਨੂੰ ਯਾਦ ਹੈ, ਪਰ ਇਹਨੂੰ ਨਹੀਂ ਚੇਤੇ ਆਉਂਦਾ ਤੇ ਕੇਵਲ ਪਰਮਾਤਮਾ ਹੀ ਚੇਤੇ ਨਹੀਂ ਆਉਂਦਾ। ਦਾਸ ਤੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗੁਰਮਤਿ ਵਿਦਿਆ ਮਾਰਤੰਡ ਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਨੇ ਕਿ ਮਨੁੱਖ ਨੇ ਪਰਮਾਤਮਾ ਨੂੰ ਭੁਲਾਇਆ, ਗਵਾਇਆ ਨਹੀਂ ਹੈ, ਗਵਾ ਨਹੀਂ ਸਕਦਾ, ਉਸਨੇ ਭੁਲਾਇਆ। ਕਈ ਵਾਰੀ ਚੀਜ਼ ਘਰ ਵਿੱਚ ਹੀ ਹੁੰਦੀ ਹੈ, ਘਰ ਵਿੱਚ ਪਈ ਹੈ ਲੇਕਿਨ ਭੁੱਲ ਗਈ, ਮਨੁੱਖ ਨੂੰ ਯਾਦ ਨਹੀਂ ਹੈ। ਕਿਤੇ ਸਫਾਈ ਕਰਦਿਆਂ ਉਹ ਚੀਜ਼ ਸਾਹਮਣੇ ਆ ਗਈ ਤੇ ਹੈਰਾਨ ਹੋ ਕੇ ਕਹਿੰਦਾ ਹੈ ਇਹ ਵੀ ਘਰ ਵਿੱਚ ਪਈ ਸੀ, ਇਹਦਾ ਤੇ ਚੇਤਾ ਹੀ ਨਹੀਂ, ਇਹ ਤੇ ਯਾਦ ਹੀ ਨਹੀਂ ਹੈ ਘਰ ਵਿੱਚ ਹੈ ਪਰ ਯਾਦ ਨਹੀਂ। ਕਿਉਂ? ਬੰਦਾ ਭੁੱਲ ਗਿਆ, ਇਸ ਨੇ ਭੁਲਾ ਦਿੱਤਾ। ਇੱਕ ਮੱਛੀ ਜਿੰਨਾ ਮਰਜ਼ੀ ਯਤਨ ਕਰੇ, ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਤੇ ਪਹੁੰਚ ਜਾਂਦੀ ਹੈ, ਕਈ ਕਈ ਮੀਲਾਂ ਦਾ ਉਹ ਸਫ਼ਰ ਤੈਅ ਕਰਦੀ ਹੈ, ਪਰ ਲੱਖ ਵੀ ਯਤਨ ਕਰੇ ਉਹ ਕਦੇ ਵੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਕਿਉਂਕਿ ਪਾਣੀ ਤੇ ਉਹਦਾ ਜੀਵਨ ਹੈ। ਅਗਰ ਪਾਣੀ ਨਹੀਂ ਤੇ ਮੌਤ ਹੈ। ਮਨੁੱਖ ਲੱਖ ਵੀ ਯਤਨ ਕਰੇ ਪਰਮਾਤਮਾ ਤੋਂ ਦੂਰ ਨਹੀਂ ਜਾ ਸਕਦਾ। ਸਿਰਫ ਮਨੁੱਖ ਨੇ ਪਰਮਾਤਮਾ ਨੂੰ ਭੁਲਾਇਆ। ਸ਼ੇਖ ਸ਼ਾਦੀ ਲਿਖਦੇ ਨੇ, ਕਹਿੰਦੇ ਨੇ ਇੱਕ ਸਕੂਲ ਵਿੱਚ ਜਦੋਂ ਮਾਸਟਰ ਨੇ ਆਉਣਾ ਤੇ ਬੱਚਿਆਂ ਨੇ ਖੜੇ ਹੋ ਕੇ ਸਤਿਕਾਰ ਕਰਨਾ, ਤੇ ਮਾਸਟਰ ਦਾ ਤਕੀਆ ਕਲਾਮ ਸੀ ਕਿ ਬੱਚਿਓ ਬੈਠ ਜਾਓ, ਖੁਦਾ ਵਿਆਪਕ ਹੈ, ਖੁਦਾ ਵੇਖ ਰਿਹਾ ਹੈ। ਬੱਚਿਆਂ ਨੇ ਬੈਠ ਜਾਣਾ ਰੋਜ਼ ਇਸੇ ਤਰ੍ਹਾਂ ਹੀ। ਪਰ ਅੱਜ ਇੱਕ ਅਜੀਬ ਘਟਨਾ, ਅੱਜ ਜਦੋਂ ਉਹੀ ਟੀਚਰ ਕਲਾਸ ਵਿੱਚ ਆਇਆ ਤੇ ਬੱਚਿਆਂ ਨੇ ਖੜੇ ਹੋ ਕੇ ਸਤਿਕਾਰ ਕੀਤਾ, ਇਸਤਕਬਾਲ ਕੀਤਾ, ਤੇ ਜਿਹੜਾ ਟੀਚਰ ਕਹਿੰਦਾ ਸੀ ਨਾ ਕਿ ਬੱਚਿਓ ਬੈਠ ਜਾਓ, ਖੁਦਾ ਵੇਖ ਰਿਹਾ ਹੈ, ਖੁਦਾ ਵਿਆਪਕ ਹੈ, ਅੱਜ ਉਸਨੇ ਇਹ ਸ਼ਬਦ ਨਹੀਂ ਕਹੇ। ਅੱਜ ਕਹਿਣ ਲੱਗਾ ਬੱਚਿਓ ਇਹ ਦੱਸੋ ਕਿ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਅੱਜ ਸਵਾਲ ਹੀ ਉਲਟਾ ਸੀ, ਬੱਚਿਓ ਇਹ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਤੇ ਸਾਰੇ ਬੱਚੇ ਨੀਵੀਂ ਪਾ ਕੇ ਬੈਠੇ ਨੇ, ਇੱਕ ਨੇ ਹੱਥ ਖੜਾ ਕਰ ਦਿੱਤਾ, ਕਹਿਣ ਲੱਗਾ ਉਸਤਾਦ ਜੀ ਮੈਂ ਦੱਸਾਂ। ਜਦੋਂ ਉਸ ਬੱਚੇ ਨੇ ਹੱਥ ਖੜਾ ਕੀਤਾ ਤੇ ਉਸਤਾਦ ਨੂੰ ਵੀ ਗੁੱਸਾ ਆਇਆ। ਗੁੱਸੇ ਵਿੱਚ ਕੁਝ ਸ਼ਬਦ ਬੋਲਦਿਆਂ ਕਹਿਣ ਲੱਗਾ ਸਾਰਿਆਂ ਤੋਂ ਮੂਰਖ ਤੂੰ ਹੀ ਹੈ। ਉਸਨੇ ਕਿਹਾ ਕਿਉਂ? ਕਹਿਣ ਲੱਗਾ ਮੈਂ ਤੇ ਸਵਾਲ ਹੀ ਗਲਤ ਕੀਤਾ ਹੈ, ਔਰ ਜਾਣ ਬੁੱਝ ਕੇ ਗਲਤ ਕੀਤਾ, ਤੇ ਤੂੰ ਉਹਦਾ ਜਵਾਬ ਦੇਣ ਲਈ ਖੜਾ ਹੋ ਗਿਆ। ਜੇ ਸਵਾਲ ਗਲਤ ਹੈ ਤੇ ਜਵਾਬ ਕਦੇ ਵੀ ਠੀਕ ਨਹੀਂ ਹੋ ਸਕਦਾ। ਬੱਚਾ ਬੜਾ ਸਿਆਣਾ ਸੀ, ਹੱਥ ਜੋੜ ਕੇ ਕਹਿਣ ਲੱਗਾ ਉਸਤਾਦ ਜੀ ਤੁਸੀਂ ਉਸਤਾਦ ਹੋ, ਅਸੀਂ ਸ਼ਾਗਿਰਦ ਹਾਂ, ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਹਾਂ ਮੇਰਾ ਜਵਾਬ ਗਲਤ ਹੋ ਸਕਦਾ ਹੈ, ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ। ਹੈਰਾਨ ਵੀ ਹੋਇਆ ਤੇ ਖਿੱਝ ਕੇ ਕਹਿਣ ਲੱਗਾ ਫਿਰ ਦੱਸ
ਇਹਦਾ ਕੀ ਜਵਾਬ ਹੈ? ਉਹ ਕਿਹੜੀ ਥਾਂ ਹੈ ਜਿੱਥੇ ਖੁਦਾ ਨਹੀਂ ਹੈ? ਬੱਚਾ ਹੱਥ ਜੋੜ ਕੇ ਕਹਿਣ ਲੱਗਾ, ਉਸਤਾਦ ਜੀ ਉਂਝ ਤਾਂ ਖੁਦਾ ਹਰ ਜ਼ਰਰੇ ਵਿੱਚ ਵਿਆਪਕ ਹੈ, ਹਰ ਕਣ ਵਿੱਚ ਉਹਦਾ ਵਸ ਹੈ, ਪਰ ਇੱਕ ਥਾਂ ਤੇ ਖੁਦਾ ਨਹੀਂ। ਪੁੱਛਿਆ ਕਿੱਥੇ? ਕਹਿਣ ਲੱਗਾ ਬੰਦੇ ਦੀ ਯਾਦ ਵਿੱਚ ਨਹੀਂ ਹੈ, ਬੰਦੇ ਦੇ ਚੇਤੇ ਵਿੱਚ ਖੁਦਾ ਨਹੀਂ ਹੈ, ਬਾਕੀ ਸਾਰੀਆਂ ਥਾਵਾਂ ਤੇ ਹੈ। ਇਸੇ ਕਰਕੇ ਕਿਹਾ ਜਾਂਦਾ ਸਿਮਰਨ ਕਰੋ। ਸਿਮਰਨ ਕਰਨਾ ਕੀ ਹੈ? ਯਾਦ ਕਰਨਾ, ਚੇਤੇ ਕਰਨਾ। ਤੇ ਚੇਤੇ ਕਿਹਨੂੰ ਕੀਤਾ ਜਾਂਦਾ? ਜਿਹੜੀ ਚੀਜ਼ ਭੁੱਲ ਜਾਏ। ਜਿਹੜੀ ਚੀਜ਼ ਸਾਡੇ ਚਿੱਤ ਵਿੱਚ ਨਹੀਂ ਹੈ, ਭੁੱਲ ਗਈ ਹੈ, ਉਹਨੂੰ ਯਾਦ ਕਰਨਾ ਹੈ। ਪਰਮਾਤਮਾ ਨੂੰ ਮਨੁੱਖ ਨੇ ਭੁਲਾ ਦਿੱਤਾ। ਬਸ ਇਹੀ ਇਹਦੇ ਦੁੱਖਾਂ ਦਾ ਇੱਥੋਂ ਪੰਧ ਸ਼ੁਰੂ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੀਪਾਲਪੁਰ ਦੀ ਧਰਤੀ ਤੇ ਉਸ ਕੋੜੀ ਨੂੰ ਉਪਦੇਸ਼ ਕਰਦਿਆਂ ਇਹੀ ਸ਼ਬਦ ਕਹੇ ਸਨ, ਜਿਸ ਕੋੜੀ ਨੂੰ ਨਗਰ ਤੋਂ ਬਾਹਰ ਕੱਢਿਆ, ਜਿਸ ਦਾ ਪਰਛਾਵਾਂ ਲੈਣ ਲਈ ਕੋਈ ਤਿਆਰ ਨਹੀਂ, ਪਰ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਉਹਦੀ ਝੁੱਗੀ ਵਿੱਚ ਚਲੇ ਗਏ। ਝੁੱਗੀ ਵਿੱਚ ਜਾ ਕੇ ਗੁਰੂ ਨਾਨਕ ਨੇ ਮਿਹਰ ਦੀ ਨਦਰ ਕੀਤੀ। ਤੇ ਸੱਚ ਜਾਣਿਓ, ਮੇਰੇ ਗੁਰੂ ਨਾਨਕ ਦੀ ਨਦਰ ਐਸੀ ਹੈ ਜਿਹਦੇ ਤੇ ਵੀ ਪੈ ਗਈ ਨਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕੋੜ ਦਾ ਰੋਗ ਕੱਟਿਆ ਗਿਆ, ਚਰਨ ਫੜ ਲਏ ਘੁੱਟ ਕੇ। ਤੇ ਮੇਰੇ ਪਾਤਸ਼ਾਹ ਜੀ ਨੇ ਉੱਥੇ ਵੀ ਉਪਦੇਸ਼ ਕਰਦਿਆਂ ਕਿਹਾ ਸੀ, ਪਿਆਰਿਆ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਹਿੰਦੇ ਨੇ ਜਿਸ ਨੂੰ ਵੀ ਬਾਣੀ ਵਿਸਰ ਗਈ ਨਾ, ਉਹਦਾ ਜੀਵਨ ਇਸ ਤਰ੍ਹਾਂ ਦਾ ਜਿਵੇਂ ਕੋੜ ਦੇ ਰੋਗੀ ਦਾ ਜੀਵਨ ਹੋਵੇ, ਜਿਵੇਂ ਕੋੜ ਦਾ ਰੋਗੀ ਹੈ, ਜਿਸ ਨੂੰ ਉਹ ਮਾਲਕ ਵਿਸਰ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣੈ। ਕਹਿੰਦੇ ਨੇ ਬੰਦਾ ਐਸੀ ਥਾਂ ਤੇ ਰਹਿੰਦਾ ਹੋਵੇ, ਬਸੰਤ ਸਵਰਗ ਲੋਕ ਹੈ। ਸਵਰਗ, ਹੁਣ ਸਵਰਗ ਦਾ ਬੜਾ ਜ਼ਿਕਰ ਆਉਂਦਾ, ਪਰ ਹਕੀਕਤ ਵਿੱਚ ਸਵਰਗ ਕੀ ਹੈ? ਕਿ ਜੋ ਤੁਹਾਡੇ ਅੰਦਰ ਦੀ ਭਾਵਨਾ ਪ੍ਰਸਥਿਤੀ ਹੈ, ਉਸ ਦੇ ਅਨੁਕੂਲ ਜੇ ਤੁਹਾਨੂੰ ਕੁਝ ਮਿਲ ਗਿਆ ਤੇ ਸਮਝ ਲੈਣਾ ਸਵਰਗ ਹੈ। ਸਵੈਮ ਵਰਗ, ਸਵਰਗ ਤੋਂ ਭਾਵ ਕੀ ਹੈ? ਸਵੈਮ ਵਰਗ। ਇੱਕ ਬੰਦਾ ਬਾਣੀ ਪੜ੍ਹਨ ਵਾਲੇ ਨਾ, ਉਹ ਕਿਤੇ ਪਿਆਰ ਵਿੱਚ ਭਿੱਜ ਕੇ ਗੁਰਦੁਆਰੇ ਬੈਠ ਕੇ ਬਾਣੀ ਪੜ੍ਹਦਾ ਹੋਵੇ ਤੇ ਉਹਨੂੰ ਪੁੱਛ ਕੇ ਵੇਖਿਓ, ਉਹ ਕਹੇਗਾ ਕਿ ਮੈਂ ਤੇ ਸਵਰਗ ਵਿੱਚ ਬੈਠਾ ਸੀ। ਇੱਕ ਮਨੁੱਖ ਨਸ਼ੇ ਕਰਨ ਵਾਲਾ, ਉਸ ਨੂੰ ਸ਼ਰਾਬ ਦੀ ਬੋਤਲ ਮਿਲ ਗਈ ਤੇ ਉਹ ਪੀ ਕੇ ਕਹਿੰਦਾ ਜੀ ਸਵਰਗਾਂ 'ਚ ਪਏ ਆ। ਉਹਦੇ ਵਾਸਤੇ ਉਹ ਹੀ ਸਵਰਗ ਹੈ, ਸਵੈਮ ਵਰਗ। ਹੁਣ ਸੱਚ ਜਾਣਿਓ, ਕਹਿੰਦੇ ਨੇ ਕਿ ਜੋ ਤੁਹਾਡੇ ਮਨ ਦੀ ਖੁਸ਼ੀ ਹੈ, ਉਹ ਸੰਸਾਰ ਤੁਹਾਨੂੰ ਪ੍ਰਸਥਿਤੀਆਂ ਮਿਲ ਗਈਆਂ, ਬਣ ਗਈਆਂ। ਤੇ ਇਸ ਤਰ੍ਹਾਂ ਦੇ ਉਹ ਸਥਾਨ ਤੇ ਮਨੁੱਖ ਰਹਿੰਦਾ ਹੋਵੇ ਤੇ 9 ਖੰਡ ਪ੍ਰਿਥਵੀ ਦਾ ਜੇਤੂ ਹੋਵੇ, ਇੰਨੀ ਤਾਕਤ ਵੀ ਕੋਲ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰਿ ਗੋਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕਹਿੰਦੇ ਨੇ ਜੇ ਕਿਤੇ ਪਰਮਾਤਮਾ ਭੁੱਲ ਗਿਆ ਨਾ, ਪਰਮਾਤਮਾ ਚੇਤੇ ਨਹੀਂ ਆਇਆ, ਤੇ ਸਮਝੋ ਉਦਿਆਨ ਭਰਮਣੇ। ਉਦਿਆਨ ਕਹਿੰਦੇ ਨੇ ਜੰਗਲ ਨੂੰ। ਸਮਝ ਲੈਣਾ ਕਿ ਉਹ ਬੰਦਾ ਕੇਵਲ ਜੰਗਲ ਦੇ ਵਿੱਚ ਹੀ ਭਟਕ ਰਿਹਾ, ਉਸ ਦੇ ਜੀਵਨ ਵਿੱਚ ਕੋਈ ਸੁੱਖ ਨਹੀਂ, ਕਿਉਂਕਿ ਸੁੱਖਾਂ ਦੇ ਦਾਤੇ ਨਾਲੋਂ ਸਾਂਝ ਟੁੱਟ ਗਈ। ਪਾਤਸ਼ਾਹ ਜੀ ਕਹਿੰਦੇ ਨੇ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆ ਵਿੱਚ ਆਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵਤ ਨਾ।
ਜਿੰਨੇ ਮਰਜੀ ਵਧੀਆ ਮੰਦਰ ਹੋਣ, ਰਤਨਾਂ ਦੇ ਨਾਲ ਜੜੇ ਹੋਣ, ਵਧੀਆ ਵਧੀਆ ਲੇਪ ਹੋਵੇ, ਖਾਣ ਪੀਣ ਦੀ ਕੋਈ ਕਮੀ ਨਾ ਹੋਵੇ, ਪਰ ਹੇ ਪ੍ਰਮਾਤਮਾ ਜੇ ਤੇਰਾ ਨਾਮ ਚੇਤੇ ਨਹੀਂ ਤੇ ਬਾਕੀ ਸਭ ਕੁਝ ਕਿਸੇ ਵੀ ਅਰਥ ਨਹੀਂ ਹੈ। ਤੇ ਜਿਨ੍ਹਾਂ ਨੂੰ ਨਾਮ ਚੇਤੇ ਹੈ, ਜਿਨ੍ਹਾਂ ਨੂੰ ਉਹ ਪ੍ਰਾਣਪਤ, ਉਹ ਮਾਲਕ ਪ੍ਰਾਣਾਂ ਦਾ ਪਤੀ ਯਾਦ ਹੈ, ਗੁਰੂ ਸਵਾਰਿਓ ਉਹ ਤੇ ਸੂਲਾਂ ਦੀ ਸੇਜ ਤੇ ਵੀ ਫਿਰ ਗੀਤ ਗਾਉਂਦੇ ਨੇ, ਉਹ ਤੱਤੀ ਤਵੀ ਤੇ ਵੀ ਗੀਤ ਗਾਉਂਦੇ ਜੇ। ਉਹ ਕਹਿ ਸਕਦੇ ਨੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਉਹ ਰੱਬ ਦੇ ਪਿਆਰੇ ਹੀ ਕਹਿ ਸਕਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਗੁਰੂ ਸਵਾਰਿਓ ਉਹ ਸੁੱਖਾਂ ਦਾ ਦਾਤਾ ਜਿਸ ਨੂੰ ਵੀ ਭੁੱਲ ਗਿਆ, ਉਹਦੇ ਜੀਵਨ ਵਿੱਚ ਕੇਵਲ ਤੇ ਕੇਵਲ ਦੁੱਖ ਹੈ। ਸਾਂਝ ਕੇਵਲ ਉਸ ਮਾਲਕ ਦੇ ਨਾਲ ਜੋ ਸੁਖ ਕੋ ਚਾਹੇ ਸਦਾ। ਮਾਇਆ ਦਾ ਸੁਖ ਸਦੀਵੀ ਸੁਖ ਨਹੀਂ ਹੁੰਦਾ। ਅੱਜ ਮੇਰੇ ਕੋਲ ਹੈ ਤੇ ਮੈਂ ਬੜਾ ਸੁਖੀ ਹਾਂ, ਕੱਲ ਨੂੰ ਜਾਂਦੀ ਰਹੀ ਤੇ ਓਨਾ ਹੀ ਜ਼ਿਆਦਾ ਦੁਖੀ ਹੋਵਾਂਗਾ। ਅੱਜ ਔਲਾਦ ਮੇਰੇ ਕੋਲ ਹੈ ਤੇ ਮੈਨੂੰ ਸੁੱਖ ਮਹਿਸੂਸ ਹੁੰਦਾ ਹੈ, ਕੱਲ ਨੂੰ ਔਲਾਦ ਮਾੜੀ ਨਿਕਲ ਆਵੇ ਤੇ ਉਹੀ ਬੰਦਾ ਭੁੱਬਾ ਮਾਰ ਮਾਰ ਰੋਂਦਾ। ਸਦੀਵੀ ਸੁੱਖ ਨਹੀਂ। ਹਾਂ, ਸਦੀਵੀ ਸੁੱਖ ਪਾਤਸ਼ਾਹ ਜੀ ਕਹਿੰਦੇ ਨੇ ਜੇ ਚਾਹਨਾ ਤੇ ਫਿਰ ਉਸ ਸੁੱਖਾਂ ਦੇ ਦਾਤੇ ਦੇ ਨਾਲ ਸਾਂਝ ਪਾ, ਉਹਦੀ ਸ਼ਰਨ ਵਿੱਚ ਆਏਗਾ ਤੇ ਤਾਂ ਤੈਨੂੰ ਸਦੀਵੀ ਸੁੱਖ ਮਿਲੇਗਾ। ਤੋ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਕਹਿੰਦੇ ਨੇ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਸੋਈ ਗਣੋ ਅਭਾਗਾ। ਭਾਵ ਉਹ ਸਭ ਤੋਂ ਮਾੜੇ ਭਾਗਾਂ ਵਾਲਾ ਹੈ ਜਿਸ ਨੂੰ ਉਹ ਪਰਿਪੂਰਨ ਪਰਮਾਤਮਾ ਵਿਸਰ ਗਿਆ ਹੈ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਪਰ ਜਿਸ ਦਾ ਮਨ ਚਰਨ ਕਮਲ, ਕਮਲ ਨਾਲੋਂ ਵੀ ਸੋਹਣੇ ਚਰਨ ਭਾਵ ਪਰਿਪੂਰਨ ਪਰਮਾਤਮਾ ਦੇ ਸ਼ਬਦ ਦੇ ਨਾਲ, ਨਾਮ ਦੇ ਨਾਲ ਜਿਹਦਾ ਮਨ ਰੰਗਿਆ ਗਿਆ, ਚਰਨ ਕਮਲ ਜਾ ਕਾ ਮਨ ਰਾਗਿਓ, ਅਮਿਓ ਸਰੋਵਰ ਪਾਗਾ। ਸਮਝ ਲੈਣਾ ਕਿ ਉਸ ਨੇ ਉਹ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਜਿਹੜਾ ਸਰੋਵਰ ਹੈ, ਉਸ ਦੇ ਨਾਲ ਸਾਂਝ ਪਾ ਲਈ ਹੈ। ਉਸ ਨੂੰ ਆਤਮਕ ਜੀਵਨ ਫਿਰ ਮਿਲੇਗਾ, ਔਰ ਮਿਲੇਗਾ ਗੁਰੂ ਦੇ ਚਰਨਾਂ ਵਿੱਚੋਂ, ਮਿਲੇਗਾ ਨਾਮ ਵਿੱਚੋਂ, ਮਿਲੇਗਾ ਸ਼ਬਦ ਵਿੱਚੋਂ। ਸ਼ਬਦ ਦੇ ਨਾਲ ਸਾਂਝ ਪਾਵਾਂਗੇ ਤੇ ਫਿਰ ਉਹ ਸਦੀਵੀ ਜੋ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ। ਤੇਰਾ ਜਨ RAM ਨਾਮ ਰੰਗ ਜਾਗਾ। ਤੇਰਾ ਜਨ, ਜਿਹੜੇ ਤੇਰੇ ਪਿਆਰੇ ਨੇ, RAM ਨਾਮ ਜਨ ਜਾਗਾ। RAM ਦੇ ਨਾਮ ਦੇ ਨਾਲ ਜੁੜ ਕੇ ਅੰਦਰੋਂ ਜਾਗ ਗਿਆ। ਇਹਦਾ ਮਤਲਬ ਬਾਕੀ ਸੰਸਾਰ ਜਿਹੜਾ ਹੈ ਇਹ ਸੁੱਤਾ ਹੋਇਆ ਹੈ। ਕਿਵੇਂ ਸੁੱਤਾ ਹੈ? ਗਫਲਤ ਦੀ ਨੀਂਦ। ਇਸ ਨੂੰ ਐਸੀ ਲੋਰੀ ਦਿੱਤੀ ਮਾਇਆ ਨੇ, ਸਦੀਵੀ ਸਵਾ ਦਿੱਤਾ। ਵੇਖਣ ਨੂੰ ਸੰਸਾਰ ਜਾਗਦਾ ਨਜ਼ਰ ਆਉਂਦਾ ਹੈ, ਪਰ ਨਹੀਂ, ਜਾਗਦਾ ਵੀ ਸੁੱਤਾ ਹੋਇਆ ਹੈ। ਇੱਕ ਤੇ ਉਹ ਨੇ ਨਾ ਜਿਹੜੇ ਸੁੱਤੇ ਸੁਪਨੇ ਵੇਖਦੇ ਨੇ, ਨਹੀਂ, ਬਹੁਤਾਤ ਵਿੱਚ ਜਾਗਦਿਆਂ ਵੀ ਸੁਪਨੇ ਹੀ ਵੇਖਦੇ ਨੇ। ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦਿਆਂ ਹੋਇਆਂ ਸਮਝਾਉਂਦੇ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਨੈਣ ਸੁੱਤੇ ਨੇ, ਪਰਾਇਆ ਰੂਪ ਵੇਖਦੇ ਨੇ, ਉਹ ਮਾਲਕ ਇਹਨੂੰ ਨਜ਼ਰ ਹੀ ਨਹੀਂ ਆਉਂਦਾ, ਉਸ ਪਾਸਿਓਂ ਸੁੱਤੇ ਹੋਏ ਨੇ, ਵਿਕਾਰਾਂ ਵਿੱਚ ਪਏ ਹੋਏ ਨੇ।
श्रावण सोए सुन निंद विचार। ते ਕੰਨ ਸੁੱਤੇ ਨੇ, ਕੰਨ ਕੀ ਕਰਦੇ ਨੇ? ਕੇਵਲ ਨਿੰਦਿਆ ਚੁਗਲੀ ਸੁਣਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਪਰ ਉਸ ਪਾਸਿਓਂ ਕੰਨ ਜਿਹੜੇ ਸਨ ਉਹ ਵੀ ਸੌਂ ਗਏ। ਐਸੀ ਮਾਇਆ ਨੇ ਲੋਰੀ ਦਿੱਤੀ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਮਾਇਆ ਦੇ ਨਸ਼ੇ ਵਿੱਚ ਮਨ ਵੀ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਏ। ਕੋਈ ਰੱਬ ਦਾ ਪਿਆਰਾ ਜਾਗਦਾ, ਨਹੀਂ ਤੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ। ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ। ਜਿਹੜੇ ਨਾਮ ਨਾਲ ਜੁੜੇ ਨੇ ਉਹ ਹੀ ਜਾਗਦੇ ਨੇ, ਨਹੀਂ ਤੇ ਬਹੁਤਾਤ ਵਿੱਚ ਸੁੱਤੇ ਹੋਏ ਨੇ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਤੇਰਾ ਜਨ, ਤੇਰਾ ਪਿਆਰਾ, ਉਹ ਰਾਮ ਦੇ ਨਾਮ ਦੇ ਨਾਲ ਜੁੜ ਕੇ ਅੰਦਰੋਂ ਜਾਗ ਗਿਆ। ਨਾਮ ਦੁਆਰਾ ਹੀ ਇਸ ਗਫਲਤ ਦੀ ਨੀਂਦ ਵਿੱਚੋਂ ਜਾਗਿਆ ਜਾ ਸਕਦਾ ਹੈ। ਤੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਉਹਦੀ ਕੀਰਤੀ ਕਰਦਿਆਂ ਜਾ, ਤੇਰੇ ਜੀਵਨ ਦੀ ਸਫਲਤਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਇਹ ਜਦੋਂ ਦਾ ਪਰਮਾਤਮਾ ਦੇ ਨਾਲ ਮਨ ਜੁੜ ਗਿਆ ਨਾ, ਉਸ ਤੋਂ ਲੈ ਕੇ ਹੁਣ ਜਿਹੜਾ ਆਲਸ ਇੰਨਾ ਤੰਗ ਕਰਦਾ ਸੀ, ਉੱਠਣ ਨਹੀਂ ਸੀ ਦਿੰਦਾ, ਉਹ ਇਸ ਤਨ ਤੋਂ ਦੂਰ ਚਲਾ ਗਿਆ। ਹੁਣ ਉਹ ਆਲਸ ਨੇੜੇ ਨਹੀਂ ਆਉਂਦਾ। ਕਿਉਂ? ਕਿਉਂਕਿ ਹੁਣ ਨਾਮ ਦੇ ਨਾਲ ਮਨ ਜੁੜ ਗਿਆ। ਹੁਣ ਅਸਲੀਅਤ ਦੀ ਸਮਝ ਆ ਗਈ ਹੈ। ਜਦੋਂ ਮਨੁੱਖ ਦੇ ਕੋਲ ਹੀਰੇ ਆ ਜਾਣ ਨਾ ਜੀ, ਤੇ ਸੱਚ ਜਾਣਿਓ ਉਦੋਂ ਠੀਕਰੀਆਂ ਆਪੇ ਹੀ ਹੱਥੋਂ ਗਿਰ ਜਾਂਦੀਆਂ ਨੇ। ਉਸ ਵੇਲੇ ਫਿਰ ਸਮਝ ਪੈ ਜਾਂਦੀ ਹੈ। ਜਦੋਂ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਜਾਏ ਨਾ ਕਿ ਮੈਂ ਕਿਸ ਵਾਸਤੇ ਆਇਆ, ਮੈਂ ਕਿੱਥੇ ਪਹੁੰਚਣਾ, ਮੈਂ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ, ਮੇਰੀ ਮੰਜ਼ਿਲ, ਮੇਰਾ ਡੈਸਟੀਨੇਸ਼ਨ ਮੇਰਾ ਪਰਮਾਤਮਾ ਹੈ, ਮੈਂ ਉੱਥੋਂ ਤੱਕ ਪਹੁੰਚਣਾ। ਜਿਸ ਦਿਨ ਸਮਝ ਪੈ ਗਈ, ਤੇ ਜਿਵੇਂ ਇੱਕ ਉਦਾਹਰਣ ਦਿੰਦੇ ਨੇ ਨਾ ਕਿ ਛੋਟਾ ਜਿਹਾ ਬੱਚਾ ਸੀ ਤੇ ਮੇਲੇ ਵਿੱਚ ਕਿਤੇ ਗਵਾਚ ਗਿਆ, ਜਾਰੋ ਜਾਰ ਰੋ ਰਿਹਾ। ਦੋ ਚਾਰ ਮਨੁੱਖ ਉਹਨਾਂ ਨੇ ਵੇਖਿਆ ਤੇ ਕਹਿਣ ਲੱਗੇ, ਬੇਟਾ ਤੂੰ ਕਿਉਂ ਰੋਣਾ? ਉਹਨੇ ਕਿਹਾ, ਮੈਂ ਆਪਣੇ ਬਾਪੂ ਨਾਲ ਵਿਛੜ ਗਿਆ। ਉਹਨਾਂ ਕਿਹਾ, ਤੈਨੂੰ ਜਿਹੜੀ ਮਠਿਆਈ ਚਾਹੀਦੀ ਹੈ ਦੱਸ, ਤੈਨੂੰ ਜਿਹੜਾ ਖਿਡੌਣਾ ਚਾਹੀਦਾ ਹੈ ਦੱਸ, ਤੂੰ ਜਿਸ ਝੂਲੇ ਤੇ ਬੈਠਣਾ ਦੱਸ, ਅਸੀਂ ਤੈਨੂੰ ਬਿਠਾਵਾਂਗੇ। ਪਰ ਉਹ ਬੱਚਾ ਜਾਰੋ ਜਾਰ ਰੋਂਦਾ ਹੈ। ਉਹ ਕਹਿੰਦਾ, ਮੈਨੂੰ ਝੂਲੇ ਨਹੀਂ ਚਾਹੀਦੇ, ਮੈਨੂੰ ਮਠਿਆਈਆਂ ਨਹੀਂ ਚਾਹੀਦੀਆਂ, ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਤੇ ਮੇਰਾ ਬਾਪੂ ਚਾਹੀਦਾ, ਮੈਂ ਬਾਪੂ ਨਾਲ ਵਿਛੜ ਗਿਆ। ਹੁਣ ਸਮਝ ਆ ਗਈ। ਤੇ ਜਦੋਂ ਸਮਝ ਆ ਜਾਏ ਫਿਰ ਨੀਂਦ ਤੰਗ ਨਹੀਂ ਜੇ ਕਰਦੀ। ਫਿਰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ। ਕਾਹਦਾ? ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਾ ਪੁੱਛਿਆ ਸੀ ਭਾਈ ਤਾਰੂ ਨੂੰ, ਛੋਟਾ ਜਿਹਾ ਬੱਚਾ ਸੀ ਤੇ ਰੋਜ਼ ਹੀ ਆਉਣਾ, ਕਈ ਮਹੀਨੇ ਸਰਦੀ ਗਰਮੀ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਬੇਟਾ ਤੈਨੂੰ ਕਦੇ ਆਲਸ ਨੇ ਤੰਗ ਨਹੀਂ ਕੀਤਾ? ਤੈਨੂੰ ਨੀਂਦ ਤੰਗ ਨਹੀਂ ਕਰਦੀ? ਤੇਰੀ ਛੋਟੀ ਜੀ ਉਮਰ ਹੈ ਤੇ ਤੂੰ ਵੱਡੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਪਹੁੰਚਣਾ। ਤੇ ਉਹ ਬੱਚਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜਿਹਨੂੰ ਮੌਤ ਸਾਹਮਣੇ ਦਿਸਦੀ ਹੋਵੇ ਨਾ, ਉਹਨੂੰ ਆਲਸ ਤੰਗ ਨਹੀਂ ਜੇ ਕਰਦਾ। ਕਹਿਣ ਲੱਗੇ, ਬੇਟਾ ਤੈਨੂੰ ਮੌਤ ਏਡੀ ਛੋਟੀ ਉਮਰ, ਤੈਨੂੰ ਇਹ ਉਪਰਾਮਤਾ ਕਿੱਥੋਂ ਹਾਸਲ ਹੋ ਗਈ? ਤੇ ਉਹ ਬੱਚਾ ਕਹਿਣ ਲੱਗਾ, ਬਾਪੂ ਦੇ ਬੇਬੇ ਦੇ ਚੁੱਲ੍ਹੇ ਨੇ, ਮਾਂ ਦੇ ਚੁੱਲ੍ਹੇ ਨੇ ਪ੍ਰੇਰਣਾ ਦੇ ਦਿੱਤੀ। ਇੱਕ ਦਿਨ ਮਾਂ ਨੇ ਕਿਹਾ ਸੀ, ਤਾਰੂ ਮੈਂ ਆਟਾ ਪਈ ਗੁੰਨਣੀ ਆ, ਤੂੰ ਚੁੱਲ੍ਹੇ ਵਿੱਚ ਅੱਗ ਬਾਲ ਦੇ। ਤੇ ਮੈਂ ਅੱਗ ਬਾਲਣੀ ਸ਼ੁਰੂ ਕੀਤੀ,
ਕਾਫੀ ਸਮਾਂ ਲੱਗਾ ਰਿਹਾ, ਪਰ ਮੇਰੇ ਕੋਲੋਂ ਅੱਗ ਨਾ ਬਲੀ। ਮਾਂ ਨੇ ਆਵਾਜ਼ ਦਿੱਤੀ, ਤਾਰੂ ਅੱਗ ਬਲ ਗਈ। ਮੈਂ ਕਿਹਾ ਨਹੀਂ ਮਾਂ, ਬੜਾ ਹੀ ਯਤਨ ਕੀਤਾ ਪਰ ਮੇਰੇ ਕੋਲੋਂ ਅੱਗ ਨਹੀਂ ਬਲੀ। ਜਦੋਂ ਮਾਂ ਨੇ ਆ ਕੇ ਵੇਖਿਆ ਤੇ ਕਹਿਣ ਲੱਗੀ, ਪੁੱਤਰ ਇਸ ਤਰ੍ਹਾਂ ਅੱਗ ਨਹੀਂ ਬਲਦੀ, ਤੂੰ ਤੇ ਮੋਟੀਆਂ ਲੱਕੜਾਂ ਸਾਰੀਆਂ ਵਿੱਚ ਰੱਖੀਆਂ ਨੇ, ਪਹਿਲਾਂ ਛੋਟੀਆਂ ਛੋਟੀਆਂ ਛਿੱਟੀਆਂ ਰੱਖ, ਉਹਨਾਂ ਨੂੰ ਅੱਗ ਲਾ, ਉਹਨਾਂ ਨੂੰ ਛੇਤੀ ਅੱਗ ਪੈਂਦੀ ਏ, ਫੇਰ ਵੱਡੀਆਂ ਨੂੰ ਲੱਗੇਗੀ। ਮਨ ਵਿੱਚ ਆਇਆ, ਮਨਾ ਜੇ ਅੱਗ ਛੋਟਿਆਂ ਅੰਦਰ ਦੀ ਭਾਵਨਾ ਅੰਦਰੋਂ ਜਾਗ ਗਿਆ, ਤੇ ਜਦੋਂ ਜਾਗ ਜਾਂਦਾ ਨਾ ਜੀ, ਫਿਰ ਆਲਸ ਮਿਟ ਜਾਂਦਾ ਹੈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਕਹਿੰਦੇ ਨੇ ਵੀ ਹੁਣ ਤੇ ਇਹ ਅਵਸਥਾ ਬਣ ਗਈ, ਜੈ ਜੈ ਪੇਖੋ ਤਹ ਨਾਰਾਇਣ। ਜਿਹੜਾ ਪਰਮਾਤਮਾ ਜਿਹਨੂੰ ਬੰਦਾ ਦੂਰ ਸਮਝਦਾ ਸੀ ਨਾ, ਹੁਣ ਜਦੋਂ ਅੰਦਰ ਜਾਗ ਗਿਆ ਤੇ ਹੁਣ ਸਮਝ ਆ ਗਈ ਕਿ ਨਹੀਂ, ਉਹ ਪਰਮਾਤਮਾ ਤੇ ਮੇਰੇ ਨਾਲ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਨਾ, ਆਜ ਮਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨ ਮਚਿੰਦੜੀਆਂ। ਕਹਿੰਦੇ ਨੇ ਪਰਮਾਤਮਾ ਦੇ ਨਾਲ ਅੱਜ ਹੀ ਮਲਾਪ ਹੋਣਾ ਹੈ। ਪਰ ਕਿਵੇਂ? ਕਹਿੰਦੇ ਨੇ ਆਹ ਜਿਹੜੀਆਂ ਸੰਨਾਂ ਵਾਸ਼ਨਾਵਾਂ ਦੀਆਂ ਕੂੰਜਾਂ, ਇਹਨਾਂ ਨੂੰ ਮੈਂ ਟਾਕਮ ਕਰ ਦਿੱਤਾ, ਬਸ ਇਹਨਾਂ ਨੂੰ ਰੋਕ ਲਿਆ। ਜਿਹੜੀਆਂ ਮਨ ਨੂੰ ਮਚਾਉਂਦੀਆਂ ਸਨ, ਪਰਮਾਤਮਾ ਨਾਲੋਂ ਦੂਰ ਲੈ ਕੇ ਜਾਂਦੀਆਂ ਸਨ, ਬਸ ਇਹਨਾਂ ਨੂੰ ਰੋਕ ਲਿਆ। ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਬਸ ਇਹਨਾਂ ਨੂੰ ਫੁਰਨਿਆਂ ਨੂੰ ਰੋਕਣਾ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਨਾ, ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰ ਲਾਣਾ। ਤੇ ਆਮ ਬੰਦਾ ਕਹਿ ਦਿੰਦਾ ਹੈ ਕਿ ਇਹਦਾ ਕੀ ਮਤਲਬ, ਪਤਾ ਨਹੀਂ ਕਿਸੇ ਬੂਟੇ ਦੀ ਗੱਲ ਕਰਦੇ ਨੇ। ਨਹੀਂ ਪਿਆਰਿਓ, ਬਸ ਇਹ ਮਨ ਨੂੰ ਇੱਕ ਪਾਸਿਓਂ ਹਟਾ ਕੇ ਤੇ ਦੂਜੇ ਪਾਸੇ ਲਾਣ ਦੀ ਦੇਰ ਹੈ। ਜਿਸ ਦਿਨ ਵਾਸ਼ਨਾਵਾਂ ਵਾਲੇ ਪਾਸਿਓਂ ਹਟ ਕੇ ਪਰਮਾਤਮਾ ਵਾਲੇ ਪਾਸੇ ਜੁੜ ਗਿਆ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੋ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹੁਣ ਇੰਨੀ ਕਿਰਪਾ ਹੋ ਗਈ, ਉਹ ਪਰਮਾਤਮਾ ਹਰ ਵੇਲੇ ਨਜ਼ਰ ਆਉਂਦਾ, ਹਰ ਥਾਂ ਤੇ ਉਸੇ ਦਾ ਹੀ ਨੂਰ, ਹਰ ਚੀਜ਼ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਦੋਂ ਨਾਮ ਉਦਕ ਪੀਵਤ ਜਨ ਨਾਨਕ, ਉਦਕ ਕਹਿੰਦੇ ਨੇ ਪਾਣੀ ਨੂੰ, ਜਲ ਨੂੰ, ਨਾਮ ਰੂਪੀ ਅੰਮ੍ਰਿਤ ਜਦੋਂ ਮਿਲ ਗਿਆ ਤੇ ਤਿਆਗੇ ਸਭ ਅਨੁਰਾਗਾ। ਹਰ ਤਰ੍ਹਾਂ ਦਾ ਅਨੁਰਾਗ ਕਹਿੰਦੇ ਨੇ ਜਿਹੜਾ ਪਿਆਰ, ਇੱਕ ਸੰਸਾਰੀ ਪਿਆਰ ਹੈ, ਮੋਹ ਮਾਇਆ ਦਾ ਪਿਆਰ। ਉਹ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਤੇ ਬਾਕੀ ਚੀਜ਼ਾਂ ਨਾਲੋਂ ਆਪੇ ਹੀ ਪਿਆਰ ਜਿਹੜਾ ਸੀ ਨਾ ਉਹ ਟੁੱਟ ਗਿਆ, ਔਰ ਉਸ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ, ਬਾਕੀ ਚੀਜ਼ਾਂ ਦੇ ਨਾਲੋਂ ਮੋਹ ਜਿਹੜਾ ਸੀ ਨਾ ਉਹ ਟੁੱਟ ਗਿਆ। ਆਮ ਤੌਰ ਤੇ ਸੰਸਾਰ ਵਿੱਚ ਬੰਦਾ ਮਾਇਆ ਦੇ ਨਾਲ ਮੋਹ ਪਾ ਕੇ ਰੱਖਦਾ, ਪਦਾਰਥਾਂ ਦੇ ਨਾਲ ਮੋਹ ਪਾ ਕੇ ਰੱਖਦਾ, ਪਰ ਗੁਰੂ ਸਵਾਰਿਓ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰੱਖਦੇ ਨੇ। ਅਸੀਂ ਇਤਿਹਾਸ ਦੇ ਪੰਨੇ ਪੜ੍ਹਨੇ ਆ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਗਟ ਦਿਵਸ ਵੀ ਹੈ, ਸਾਰਾ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ। ਤੇ ਅਸੀਂ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦਾ ਕਿਤੇ ਜੀਵਨ ਪੜ੍ਹ ਕੇ ਵੇਖੀਏ ਨਾ ਤੇ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਨੇਤਰ ਮੂੰਦ ਕੇ ਰੱਖਦੇ ਸਨ। ਉਹਨਾਂ ਦੇ ਨੇਤਰ ਬੰਦ ਰਹਿੰਦੇ ਸਨ। ਕਿਉਂ? ਕਿਉਂਕਿ ਜਿਹੜਾ ਹਿਰਦਾ ਰਸ ਦੇ ਨਾਲ ਭਰਿਆ ਹੈ ਨਾ, ਉਹ ਰਸ ਕਿਤੇ ਖਾਰਜ ਨਾ ਹੋ ਜਾਏ। ਉਹ ਆਨੰਦ ਵਿੱਚ ਰਹਿੰਦੇ ਨੇ, ਉਹ ਨਾਮ ਵਿੱਚ ਜੁੜੇ ਰਹਿੰਦੇ ਨੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਸਾਰਾ ਜੀਵਨ ਜਿਹੜਾ ਉਹ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਹੈ। ਮੇਰੇ ਕੋਲ ਸਮਾਂ ਨਹੀਂ ਮੈਂ ਬਹੁਤਾ ਤੁਹਾਡੇ ਨਾਲ ਕੋਈ ਵਿਚਾਰ ਸਾਂਝੀ ਕਰਾਂ, ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਵੇਖੋ, ਗੁਰੂ ਇੱਕ ਜੋਤ ਹੈ, ਤੇ ਜੋਤ ਜਿਹੜੀ ਹੈ ਨਾ, ਜੋਤ ਪ੍ਰਗਟ ਹੁੰਦੀ ਹੈ, ਜੋਤ ਹੀ ਪ੍ਰਗਟ ਹੁੰਦੀ ਹੈ। ਉਹ ਕਹਿੰਦੇ ਨੇ ਨਾ, ਇੱਕ ਬੱਚਾ ਕਿਤੇ ਜੋਤ ਲੈ ਕੇ ਜਾ ਰਿਹਾ ਸੀ ਤੇ ਅੱਗੋਂ ਇੱਕ ਮਹਾਂਪੁਰਸ਼ ਮਿਲ ਪਏ
आवाज मारी, बेटा गल सुन। बाबा जी दसो। कहन लगे तेनों पता है जोत कित्थों आई है, जेड़ी लैके दौड़िया जा रहा, तेनों पता है जोत कित्थों आई है? बच्चा बड़ा सियाणा सी, उन्हें फूक मार के बुझा दी। कहंदा बाबा जी ये दसो जोत गई कित्थे है? ते मैं दस दियांगा जोत आई कित्थों है। जोत गुप्त हुंदी है, जोत प्रगट हुंदी है, क्योंकि परमात्मा भी जोत स्वरूप है। सब में जोत, जोत है सोए तिसते चानन, सब में चानन होए, गुर साखी जोत प्रगट होए। गुरु जोत है, और ये जोत सिर्फ श्री गुरु हरकृष्ण महाराज जी दे विच जदों आई ते उस तो बाद दिल्ली दी धरती ते पातशाह जी ने मनुखता दा रोग अपने ते लै लिया और छोटी उम्र दे विच ही परलोक गमन कीता। एक विद्वान ने कहा सी, वो कहंदे ने एक एक दिन नूं एक एक पल दिता, एक एक पल नूं एक एक साल दिता। छोटी उम्र गुरु नानक दे फलसफे दा दीवा सारे संसार विच बाल दिता। छोटी उम्र विच गुरु हरकृष्ण महाराज जी ने जो गुरु नानक दा फलसफा सी सारे संसार दे सामने रख दिता। समा आया ते उस वेले जदों ज्योति जोत समान लगे ना, ते पुछ लिया रब दे प्यारियां ने, कहन लगे महाराज हुणे जोत किथे? ते गुरु हरकृष्ण महाराज ने कह दिता, कहन लगे बाबा बसै ग्राम बकाले, बन गुर संगत सकल संभाले। कहन लगे हुण बाबा बकाले विच है। इस नगर दा नाम केवल बकाला सी, पर गुरु हरकृष्ण महाराज जी दे रिश्ते विच दादा जी लगदे ने गुरु तेग बहादुर पातशाह। इसे करके दादे नूं बाबा शब्द कह के भी बुलाया जाता है। तो कहन लगे कि बाबा हुण बकाले विच है। जदों ये सुनिया ते फिर कईयां नूं भाजड़ पै गई, कईयां ने उत्थे आके मंजियां रख के बैठ गए, और सब तो वड्डा दावेदार धीर मल सी, क्योंकि बाबा गुरदित्ता जी दा गुरु सवारियो इस पुत्र है। इसने भी दावा किया, इहदे कोल धन गुरु ग्रंथ साहब महाराज दा स्वरूप भी सी। सब तो वड्डा दावेदार यह बनिया। इन्हां दिनां विच ही मक्खण शाह जिस दा किते जहाज सूरत दी बंदरगाह विच फस गया, ते सारियां ने कह दिता कि सज्जणा ये तेरा जहाज हुण निकल नहीं सकदा, कोई दुनिया दा मलाह नहीं इहनूं पार ला सकदा। ते उसनूं इन्ना भरोसा सी अपने गुरु ते, कहन लगा मेरा एक मलाह है, मैनूं ओहदे कोल बेनती करन दिओ। ते कहंदे ने जपजी साहब दा पाठ करके जदों अरदास कीती ते मेरे गुरु ने कृपा करके जहाज बन्ने ला दिता। मेरा गुरु केवल सागर नहीं, भव सागरां विचों जीवन दीयां बेड़ियां भी पार लांदा है। ऐसा मेरा सतगुरु है। जदों बेड़ा बन्ने लाया ते मक्खण शाह इसने सुखिया सी कि पातशाह तेरे दरबार विच 500 मोहर लैके आवांगा। जदों दिल्ली आया ते पुछया कि गुरु नानक दी जोत, ते उन्होंने कह दिता महाराज गुरु हरकृष्ण महाराज कह के गए ने कि बाबा बसै ग्राम बकाले। मक्खण शाह ने अपने 500 साथी नाल ले, अपने 2 पुत्रां नूं लाल चंद ते नंद लाल इन्हां नूं भी नाल लिया ते पहुंच गया बाबे बकाले दी धरती ते। पर इत्थे झूठ दी एडी मंडी लगी सी। इत्थे ते जदों पता लगा कि वड्डा व्यापारी आया ते कई अगों सत्कार वजों लैण वास्ते गए। ते मक्खण शाह सोचदा है कि मना गुरु नानक दा घर ते बड़ा बेपरवाह है, वो ते परवाह नहीं करता, पर ये ते खुशामद करते फिरदे ने। पर खैर भाई मक्खण शाह ने फिर सारे अगे 2-2 मोहरां रखियां, 2-2 मोहरां रखियां सोने दियां, ते ए तरन दियां असीसां देण। ते मक्खण शाह अंदरों डुबदा जा रहा है कि मना पहाड़ उड़ सकते ने, सागर सुक सकते ने, सूरज ठंडा पै सकता है, पर मेरे गुरु दा कीता वचन कदे झूठा नहीं हो सकता। गुरु सवारियो उस वेले जदों सारियां नूं 2-2 मोहरां दे दित्तियां ते फिर पुछया, कहन लगे कोई होर है? ते एक ने कह दिता, कहन लगे हाँ एक है, तेगा तेगा कहिंदे ने, वो अंदर ही रहिंदे ने, कदे बाहर नहीं आउंदे। पुछया भी हैण कौन? ते पता लगा
कि गुरु हरगोबिंद पातशाह जी दे सब तो छोटे सपुत्र ने। उस वेले भाई गड़िया जी कोल बैठे सन, पर मैं भी बेनती करा उस तो पहला भाई दरगाह मल, द्वारका दास, इन्हां ने दिल्ली तो भाई द्वारका दास उन्होंने गुरियाई की जिहड़ी समग्री सी ना वो लिया के ते गुरियाई का तिलक बाबा गुरदित्ता जी ने ला दिता सी। मात नानकी जी ने इन्हां नूं बुलाया, पर इत्थे आके गुरु तेग बहादुर पातशाह त्याग और वैराग की मूरत कहन लगे तुसी किसे नाल गल नहीं करनी, कोई दावा नहीं। ते अज जदों मक्खण शाह तुरिया आउंदा है ना ते 500 सिपाही नाल है, ते उस वेले गुरु तेग बहादुर पातशाह ने कहा भाई गड़िया आ रौला काहदा पै रहा है? कहन लगे महाराज मक्खण शाह आउंदा पिया दर्शन करने वास्ते। ते मेरे पातशाह जी कहन लगे भाई गड़िया मक्खण शाह नूं कह दे गुरु कोल आउण दी जाच सिख लवे, इत्थे विखावे कीतियां गल नहीं हो बनदी, इत्थे ते केवल जिन्ना कोई नीवा हो के आएगा उन्नियां ही झोलियां भर के जांदा है। जदों भाई गड़िया जी ने जाके कहा मक्खण शाह मेरे गुरु दा हुक्म है कि जे दर्शन करन आउणा ही ते पहलां जाच सिख, इत्थे विखावे नहीं कीते जांदे। मक्खण शाह अंदरों फिस पिया, कहन लगा मना गुरु इत्थे ही आ, ये पूरियां दी अवस्था है। जोड़ा उतारिया नंगे पैरी गया ते जाके जदों गुरु तेग बहादुर पातशाह जी दा दीदार कीता, मेरे सतगुरु जी दे दर्शनां दी झाल ही ना चल सकिया ते चौफाल चरनां ते डिग पिया। पर गुरु सवारियो जेड़ा बंदा कहंदे ने दुध दा सड़िया ना लस्सी नूं भी फूका मार मार पींदा है, इसने फिर भी 2 मोहरां रखियां ते मत्था टेक दिता। धन गुरु तेग बहादुर पातशाह कहन लगे सज्जणा गुरु नानक दा घर है, इत्थे माया दी कोई भुख नहीं, पर इधर वेख साडे मोढे ते अजे भी तेरे जहाज दे किल्लां दे निशान लगे होए ने, तू 500 सुख के ते अज 2 मोहरां। बस जदों ये सुनिया ना ते उसे वेले फिर कोठे ते चढ़ गया। गुरु ला दो रे, गुरु ला दो रे, गुरु ला दो रे, उच्ची आवाज विच कई पुकार, सतगुरु मिलियो है सिरजणहार। उच्चे पल्ला फेर दिता कि दुनिया दे लोको मैनू गुरु लभ पिया जे, मैनू गुरु लभ गया। पर जदों सच दा सूरज चढ़दा ना फिर धूड़ दे बदलां नूं किते थां नहीं जे लभदी। उस वेले फिर सारे जेड़े सन पखंडी अपना डेरा छड्ड के दौड़ गए। ते धीर मल इस नूं शीए मसंद ने कहा, कहन लगा धीर मल्ला हुण तेरे हथों बाजी गई, बस एक काम कर, आ एक गोली इन्हां दे मत्थे च मार दे ते उस तो बाद तेरा रस्ता फिर खाली हो जाएगा, किसी दावा करना ही नहीं। ते गुरु तेग बहादुर पातशाह जी ते गोली भी चलाई गई, पर वेखो किन्ना कु धीरज है मेरे पातशाह जी दे अंदर। मेरे साहब जी कहंदे ने धीर मल भले धीर मल भले जी, भले धीर मल धीर, बहु बार सतगुरु के ए बच गुणी गहीर। कहंदे ने सतगुरु जी ने किन्नी वारी कहा धीर मल वाहिगुरु तेरा भला करे, वाहिगुरु तेनू अंदर दी शांति देवे। पर सज्जणा गोलियां दे नाल सच दी जोत कदे नहीं हो बुझदी। और गुरु सवारियो इस तरह गुरु तेग बहादुर पातशाह बाबे बकाले दी धरती ते प्रगट होए। भाई मक्खण शाह जिहड़ा कि बड़ा वड्डा व्यापारी सी, 2 शाह मिले ने गुरु तेग बहादुर पातशाह जी नूं, एक वो है जिहड़ा लखी शाह ते दूसरा है मक्खण शाह। लखी शाह वो है जिन्हें गुरु तेग बहादुर पातशाह जी दे धड़ दा संस्कार अपने घर नूं अग ला के दिल्ली विच कीता, जिथे गुरुद्वारा रकाबगंज है, वो भी शाह है। ते ये शाह वो है जिसने गुरु तेग बहादुर पातशाह जी नूं प्रगट कीता सी। एक अदीब कहंदा है कि एक शाह ने शाहां दे शाह नूं विच बकाले दे प्रगटाया। गुरु ला दो रे, गुरु ला दो रे, उच्चे चढ़ उस रौला पाया। एक शाह ने शाहां दे शाह नूं, एक शाह ने शाहां दे शाह नूं अपने घर दे विच लकाया, अपने घर नूं अपने हत्थीं आपे ही उस लांबू लाया। उन्हें अपना फर्ज निभाया, उन्हें अपना फर्ज निभाया। पर एक गुरु तेग बहादुर पातशाह गुरु सवारियो
ਜਿਨ੍ਹਾਂ ਦੇ ਸਦਕਾ ਅੱਜ ਹਿੰਦੁਸਤਾਨ ਦਾ ਇਹ ਜੋ ਸੰਸਕ੍ਰਿਤੀ ਹੈ ਇਹ ਕਾਇਮ ਹੈ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣਾ ਬਲੀਦਾਨ ਨਾ ਦਿੰਦੇ ਤੇ ਅੱਜ ਇੱਥੇ ਸਾਰੇ ਹੀ ਮੁਸਲਮਾਨ ਹੁੰਦੇ, ਇਸ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ। ਇੱਕ ਅਦੀਬ ਕਹਿੰਦਾ ਅੱਜ ਤੱਕ ਕਾਇਮ ਹੈ ਚਾਂਦਨੀ ਚੌਕ ਸਦਕਾ ਨਕਸ਼ਾ ਹਿੰਦੂ ਅਤੇ ਹਿੰਦੁਸਤਾਨ ਵਾਲਾ। ਸਾਨੂੰ ਚਾਂਦਨੀ ਚੌਕ ਨੇ ਬਖਸ਼ਿਆ ਏ ਜੀਵਨ ਅਣਖ ਵਾਲਾ, ਜੀਵਨ ਆਉਣ ਵਾਲਾ। ਜਦੋਂ ਚਾਂਦਨੀ ਚੌਕ ਦੀ ਹੋਈ ਕਿਰਪਾ ਫਿਰ ਗਿਆ ਸਾਜਿਆ ਪੰਥ ਕਰਪਾਣ ਵਾਲਾ। ਜਦ ਤੱਕ ਚਾਂਦਨੀ ਚੌਕ ਦਾ ਸਿਰੜ ਕਾਇਮ ਕੋਈ ਨਹੀਂ ਜੰਮਿਆ ਸਾਨੂੰ ਮਿਟਾਉਣ ਵਾਲਾ। ਗੁਰੂ ਉਹ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਪ੍ਰਗਟ ਦਿਵਸ ਸਾਰੀਆਂ ਸੰਗਤਾਂ ਬੜੀ ਭਾਵਨਾ ਨਾਲ ਮਨਾ ਰਹੀਆਂ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਆਓ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਿੱਧ ਗੋਸ਼ਟ, ਉਸ ਵਿੱਚੋਂ ਸਰਵਣ ਕਰੀਏ ਜੀ। ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸਿਗਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ। ਕਹਿੰਦੇ ਨੇ ਕਿ ਹੇ ਸਖੀਏ, ਇਹ ਮਨੁੱਖ ਜਿਹੜਾ ਮਨ ਹੈ ਇਹ ਡੋਲਦਾ ਰਹਿੰਦਾ ਹੈ। ਇਹ ਉਸ ਪਰਮਾਤਮਾ ਦੇ ਨਾਲ ਇਸ ਦੀ ਜਿੰਨਾ ਚਿਰ ਸਾਂਝ ਨਹੀਂ ਨਾ ਬਣਦੀ ਉਨਾ ਚਿਰ ਇਹ ਮਨੁੱਖ ਜਿਹੜਾ ਅੰਦਰੋਂ ਡੋਲਦਾ ਹੈ। ਔਰ ਮਨੁੱਖ ਦੇ ਕੀਤੇ ਹੋਏ ਸ਼ਿੰਗਾਰ ਵੀ ਕਿਸੇ ਅਰਥ ਨਹੀਂ ਆਉਂਦੇ ਹਨ। ਨਾਹਪਨ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ। ਕਹਿੰਦੇ ਨੇ ਪੇਡਾਪਨ ਤਨ ਸੁਖ ਨਹੀਂ ਬਿਨ ਡਰ ਬਿਨ ਢਾਰ। ਕਹਿੰਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ। ਔਰ ਜਿੰਨਾ ਚਿਰ ਮਨੁੱਖ ਅੰਦਰੋਂ ਡਰਿਆ ਹੋਇਆ ਹੈ, ਜਿੰਨਾ ਚਿਰ ਅੰਦਰ ਮਨੁੱਖ ਦੇ ਡਰ ਹੈ, ਉਹਨਾਂ ਚਿਰ ਉਸ ਨਿਡਰ ਨਾਲ ਸਮਝੋ ਇਹਦੀ ਸਾਂਝ ਨਹੀਂ ਪਈ। ਪਰ ਜਦੋਂ ਉਸ ਨਿਡਰ ਦੇ ਨਾਲ ਪਰਮਾਤਮਾ ਦੀ ਸਾਂਝ ਪੈ ਗਈ, ਨਿਰਭਉ ਜਪੈ ਸਕਲ ਭਉ ਮਿਟੈ, ਫਿਰ ਸਾਰੇ ਹੀ ਡਰ ਜਿਹੜੇ ਨੇ ਉਹ ਮਿਟ ਜਾਂਦੇ ਹਨ। ਡਰ ਪਮੂਈ ਕਰ ਆਪਣਾ ਡਿਠੀ ਕੰਤ ਸੁਜਾਨ। ਸਾਹਿਬ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਡਰ ਪਮੂਈ ਘਰ ਆਪਣੈ ਡੀਠੀ ਕੰਥ ਸੁਜਾਨ। ਕਹਿੰਦੇ ਨੇ ਕਿ ਇਹ ਜੀਵ ਇਸਤਰੀ ਡਰ ਪਮੂਈ ਘਰ ਆਪਣੈ, ਉਸ ਪਰਮਾਤਮਾ ਜੋ ਪਰਿਪੂਰਨ ਪਰਮਾਤਮਾ ਹੈ ਉਹਦੇ ਨਾਲੋਂ ਟੁੱਟ ਕੇ ਇਸ ਜੀਵਨ ਵਿੱਚ ਇਹਦਾ ਸਾਰਾ ਜੀਵਨ ਹੀ ਡਰਦਿਆਂ ਹੀ ਬੀਤ ਜਾਂਦਾ ਹੈ। ਔਰ ਜਦੋਂ ਉਸ ਪਰਮਾਤਮਾ ਦੇ ਨਾਲ ਇਸ ਦੀ ਸਾਂਝ ਪੈਂਦੀ ਹੈ ਫਿਰ ਹੀ ਨਿਡਰ ਰਖਵਾ ਸਕਦੀ ਹੈ। ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਨ। ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ। ਪਰ ਜਿਸ ਨੇ ਆਪਣੇ ਗੁਰੂ ਦਾ ਡਰ ਹਿਰਦੇ ਵਿੱਚ ਰੱਖਿਆ ਉਸ ਨੂੰ ਨਿਰਭਉ ਨਾਮ ਵਖਾਣ। ਉਹ ਨਾਮ ਨਿਰਭਉ ਦਾ ਨਾਮ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਫਿਰ ਅੰਦਰ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ। ਕਹਿੰਦੇ ਨੇ ਕਿ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ। ਜਦੋਂ ਉਸ ਪਰਿਪੂਰਨ ਪਰਮਾਤਮਾ ਉਸ ਨੂੰ ਪਿਆਰ ਦੀ ਨੀਝ ਦੇ ਨਾਲ ਵੇਖਿਆ ਤੇ ਫਿਰ ਇਸ ਗੱਲ ਦੀ ਸਮਝ ਆਈ ਕਿ ਉਹ ਪਰਮਾਤਮਾ ਜਿਹੜਾ ਹੈ ਜਬ ਦੇਖਾ ਨਹੀਂ ਦੂਰ, ਉਹ ਪਰਮਾਤਮਾ ਦੂਰ ਨਹੀਂ ਹੈ, ਉਹ ਤੇ ਤੇਰੇ ਨੇੜੇ ਹੀ ਵਸ ਰਿਹਾ ਹੈ। ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ। ਜਦੋਂ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲ ਗਈ ਤੇ ਸਾਰੀ ਜਿਹੜੀ ਸੀ ਨਾ ਅੰਦਰ ਦੀ ਪਿਆਸ ਉਹ ਮਿਟ ਗਈ। ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ।
ਨਾਮ ਰੂਪੀ ਅੰਮ੍ਰਿਤ ਦੀ ਦਾਤ, ਜਿਹਦੇ ਨਾਲ ਅੰਦਰ ਦਾ ਸਾਰਾ ਜੋ ਹੈ ਉਹ ਤ੍ਰਿਖਾ ਜਿਹੜੀ ਸੀ ਉਹ ਮਿਟ ਗਈ ਹੈ। ਦੇਹ ਦੇਹ ਆਖੈ ਸਭ ਕੋਈ, ਜੈ ਭਾਵੈ ਤਾ ਦੇ। ਕਹਿੰਦੇ ਨੇ ਮੰਗਣ ਵਾਲੇ ਤੇ ਸਾਰੇ ਹੀ ਨੇ, ਪਰ ਜਦੋਂ ਉਹ ਪਰਿਪੂਰਨ ਪਰਮਾਤਮਾ ਜਿਸ ਤੇ ਦਇਆ ਕਰਦਾ ਹੈ ਉਸ ਨੂੰ ਹੀ ਇਹ ਦਾਤ ਦਿੰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਸ ਨੂੰ ਹੀ ਇਹ ਦਾਤ ਮਿਲਦੀ ਹੈ। ਗੁਰੂ ਦੁਆਰਾ ਦੇਵਸੀ, ਤਿਖਾ ਨਿਵਾਰੈ ਸੋਏ। ਗੁਰੂ ਦੁਆਰੇ ਦੇਵਸੀ, ਤਿਖਾ ਨਿਵਾਰੈ ਸੋਏ। ਕਹਿੰਦੇ ਨੇ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਔਰ ਗੁਰੂ ਹੀ ਇਸ ਪਿਆਸ ਨੂੰ, ਤ੍ਰਿਸ਼ਨਾ ਦੀ ਪਿਆਸ ਨੂੰ ਮਟਾਉਣ ਦੀ ਸਮਰੱਥਾ ਰੱਖਦਾ ਹੈ। ਗੁਰੂ ਆਪ ਹੀ ਕਿਰਪਾ ਕਰੇ। ਗੁਰੂ ਸਵਾਰਿਓ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਵਿੱਚ ਟਿਕ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖ ਜਗਤ ਦੀ ਮਾਇਆ ਨਾਜ ਹਸਤੀ ਮਾਨਯੋਗ ਸਿੰਘ ਸਾਹਿਬ, ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਦੇਹ ਦੇਹ ਆਖੈ ਸਭ ਕੋਈ, ਜੈ ਭਾਵੈ ਤਾ ਦੇ। ਗੁਰੂ ਦੁਆਰਾ ਦੇਵਸੀ, ਤਿਖਾ ਨਿਵਾਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।